ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦੀ ਇੱਕ ਕਹਾਣੀ ਜਿਸ ਦਾ ਨਾਮ ਹੈ ਸਾਂਝੀ ਕੰਧ ਉਹ ਪੜ੍ਹਾਂਗੇ। ਸਾਂਝੀ ਕੰਧ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ। ਅਸਲ ਵਿੱਚ ਥੋੜ੍ਹਾ ਜਿਹੀ ਅਸੀਂ ਲੇਖਕ ਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਹਾਸਲ ਕਰਾਂਗੇ। ਸੰਤੋਖ ਸਿੰਘ ਧੀਰ ਦਾ ਨਾਂ ਪੰਜਾਬੀ ਸਾਹਿਤ ਵਿੱਚ ਬਤੌਰ ਕਵੀ ਅਤੇ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਹੈ। ਸੰਤੋਖ ਸਿੰਘ ਧੀਰ ਦਾ ਜਨਮ ਉਹਨਾਂ ਦੇ ਨਾਨਕੇ ਬਸੀ ਪਠਾਣਾ ਵਿਖੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਅਤੇ ਉਹਨਾਂ ਦਾ ਜਨਮ 2 ਦਸੰਬਰ 1920 ਨੂੰ ਮਾਤਾ ਸ਼੍ਰੀਮਤੀ ਯਮੁਨਾ ਦੇਵੀ ਅਤੇ ਪਿਤਾ ਸ਼੍ਰੀ ਈਸਰ ਸਿੰਘ ਦੇ ਘਰ ਹੋਇਆ। ਇਹਨਾਂ ਦਾ ਜੱਦੀ ਪਿੰਡ ਡਡਹੇੜੀ ਜ਼ਿਲ੍ਹਾ ਲੁਧਿਆਣਾ ਹੈ। ਸੰਤੋਖ ਸਿੰਘ ਧੀਰ ਨੇ ਸਾਰੀ ਉਮਰ ਪ੍ਰਗਤੀਵਾਦੀ ਸੋਚ ਨੂੰ ਅਪਣਾਇਆ ਅਤੇ ਉਹਨਾਂ ਨੇ 10ਵੀਂ ਅਤੇ 11ਵੀਂ ਤੱਕ ਦੀ ਪੜ੍ਹਾਈ ਕਰਕੇ ਕੁਝ ਸਮਾਂ ਅਧਿਆਪਕ ਵਜੋਂ ਵੀ ਸੇਵਾ ਨਿਭਾਈ। ਉਹਨਾਂ ਦੇ ਜੋ ਕਾਵਿ ਸੰਗ੍ਰਹਿ ਹਨ, ਨਾਵਲ, ਸਵੈ ਜੀਵਨੀ, ਸਾਹਿਤਕ ਸਵੈ ਜੀਵਨੀ, ਸਫ਼ਰਨਾਮਾ, ਅਨੁਵਾਦ ਤੋਂ ਇਲਾਵਾ ਕਹਾਣੀ ਸੰਗ੍ਰਹਿ ਵੀ ਪਾਠਕਾਂ ਦੀ ਝੋਲੀ ਉਹਨਾਂ ਨੇ ਪਾਏ ਹਨ। ਸਾਂਝੀ ਕੰਧ, ਸਵੇਰ ਹੋਣ ਤੱਕ, ਕੋਈ ਇੱਕ ਸਵਾਰ, ਮੇਰਾ ਉਜੜਿਆ ਗਵੰਡੀ ਅਤੇ ਮੰਗੋ ਉਹਨਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ। ਸ਼ਾਹਕਾਰ ਦਾ ਮਤਲਬ ਹੁੰਦਾ ਪ੍ਰਮੁੱਖ। ਉਹਨਾਂ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਪਹੁ ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਸੰਜੀਵਨੀ, ਆਉਣ ਵਾਲਾ ਸੂਰਜ ਆਦਿ ਉਹਨਾਂ ਦੀਆਂ ਜੋ ਪ੍ਰਮੁੱਖ ਕਾਵਿ ਸੰਗ੍ਰਹਿ ਹਨ। ਉਹਨਾਂ ਦੇ ਨਾਵਲ ਜੋ ਹਨ ਉਹ ਯਾਦਗਾਰ, ਮੈਨੂੰ ਇੱਕ ਸੁਪਨਾ ਆਇਆ, ਨਵਾਂ ਜ਼ਮਾਨਾ, ਸ਼ਰਾਬੀ ਆਦਿ ਹਨ। ਮੇਰੀ ਕਲਮ ਸਾਹਿਤਕ ਸਵੈ ਜੀਵਨੀ ਹੈ ਉਹਨਾਂ ਦੀ। ਬ੍ਰਹਸਪਤੀ ਉਹਨਾਂ ਦੀ ਸਵੈ ਜੀਵਨੀ ਹੈ। ਮੇਰੀ ਇੰਗਲੈਂਡ ਯਾਤਰਾ ਸਫ਼ਰਨਾਮਾ ਹੈ ਅਤੇ ਕਬੀਰ ਰਚਨਾਵਲੀ, ਅਨੁਵਾਦ ਅਤੇ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਹਨ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਕਹਾਣੀ ਖੇਤਰ ਵਿੱਚ ਉਹਨਾਂ ਦੀ ਜਿਹੜੀ ਪ੍ਰਸਿੱਧੀ ਹੈ, ਉਹਨਾਂ ਦੇ ਕਹਾਣੀ ਸੰਗ੍ਰਹਿ ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਊਸ਼ਾ ਭੈਣ ਜੀ ਚੁੱਪ ਹਨ ਅਤੇ ਪੱਖੀ ਆਦਿ ਦੇ ਨਾਲ ਹੋਈ ਹੈ। ਪੱਖੀ ਕਹਾਣੀ ਸੰਗ੍ਰਹਿ ਨੂੰ 1996 ਈਸਵੀ ਵਿੱਚ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਵੀ ਪ੍ਰਾਪਤ ਹੋਇਆ। ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਹੋਇਆ ਹੈ। ਇਸ ਲੇਖਕ ਦੀਆਂ ਰਚਨਾਵਾਂ ਵਿੱਚ ਪ੍ਰਗਤੀਵਾਦੀ ਅਤੇ ਯਥਾਰਥਵਾਦੀ ਦ੍ਰਿਸ਼ਟੀਕੋਣ ਬੜੇ ਹੀ ਵਧੀਆ ਅਤੇ ਸੰਤੁਲਿਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਆਪਣੇ ਜੀਵਨ ਵਿੱਚ ਮਨੁੱਖ ਵਿਰੋਧੀ ਤਾਕਤਾਂ ਖਿਲਾਫ ਨਿਰੰਤਰ ਸੰਗਰਾਮ ਲੜਿਆ। ਇਸ ਕਰਕੇ ਹੀ ਉਸ ਦੀਆਂ ਰਚਨਾਵਾਂ ਹੱਕ ਅਤੇ ਸੱਚ ਲਈ ਲੜਨ ਖਾਤਰ ਨਰੋਈ ਪ੍ਰੇਰਨਾ ਦਿੰਦੀਆਂ ਹਨ। ਜੋ ਸਾਡੇ 9ਵੀਂ ਜਮਾਤ ਵਿੱਚ ਸਾਨੂੰ ਇੱਕ ਕਹਾਣੀ ਦਿੱਤੀ ਗਈ ਹੈ ਜਿਸ ਦਾ ਨਾਮ ਹੈ ਸਾਂਝੀ ਕੰਧ। ਅਗਰ ਅਸੀਂ ਉਸ ਦੇ ਮੂਲ ਪਾਠ ਦੀ ਗੱਲ ਕਰੀਏ ਤਾਂ ਉਸ ਕਹਾਣੀ ਦੇ ਵਿੱਚ ਦੱਸਿਆ ਗਿਆ ਹੈ, ਜਿਵੇਂ ਕਿ ਅਸੀਂ ਕਹਾਣੀ ਨੂੰ ਪੜ੍ਹਾਂਗੇ ਕਿ 8 ਮਹੀਨੇ ਦੀ ਖੱਜਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ। ਤੁਸੀਂ ਦੇਖੋ ਬਹੁਤ ਸਾਰੇ ਘਰ ਅਜਿਹੇ ਹੁੰਦੇ ਨੇ ਵੈਸੇ ਕਿ ਜਿਨ੍ਹਾਂ ਦੇ ਵਿੱਚ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਉਹ ਸਾਂਝੀਆਂ ਹੁੰਦੀਆਂ ਨੇ। ਮਤਲਬ ਜਿਵੇਂ ਜੇ 2 ਇੱਟਾਂ ਦੀ ਦੀਵਾਰ ਬਣਦੀ ਹੈ ਤਾਂ ਇੱਕ ਇੱਟ ਜਿਹੜੀ ਹੈ, ਇੱਕ ਇੱਟ ਦੀ ਦੀਵਾਰ ਜਿਹੜੀ ਹੈ ਇੱਕ ਘਰ ਦੀ ਹੁੰਦੀ ਹੈ ਅਤੇ ਦੂਜੀ ਜਿਹੜੀ ਇੱਟ ਦੀ ਦੀਵਾਰ ਹੈ ਉਹ ਦੂਜੇ ਘਰ ਦੀ ਹੁੰਦੀ ਹੈ। ਮਤਲਬ ਉਹ ਦੋਨੋਂ ਇੱਕ ਇੱਟਾਂ ਦੀਆਂ ਦੀਵਾਰਾਂ ਲਗਾ ਕੇ ਅਤੇ ਉਸਨੂੰ ਸਾਂਝੀ ਕੰਧ ਉਸਾਰਿਆ ਜਾਂਦਾ ਹੈ। ਤਾਂ ਇਸ ਤਰ੍ਹਾਂ ਇਸ ਦੇ ਵਿੱਚ ਵੀ ਇੱਕ ਸਾਂਝੀ ਕੰਧ ਦਾ ਹੀ ਮਸਲਾ ਹੈ ਜੋ ਕਿ ਉਸਦੇ ਚਾਚੇ ਦੇ ਪੁੱਤ ਦੇ ਦਰਬਾਰੇ ਦੇ ਨਾਲ ਲੱਗਦੀ ਸੀ। ਪਿਛਲੇ ਵਰ੍ਹੇ ਦੀਆਂ ਬਾਰਿਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ, ਪਰ ਕਪੂਰ ਸਿੰਘ ਦੇ ਘਰ ਦਾ ਢਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਵੀ ਖਣ ਸਾਬਤ ਨਹੀਂ ਸੀ ਰਿਹਾ। ਮਤਲਬ ਜਦੋਂ ਬਾਰਿਸ਼ਾਂ ਆਉਂਦੀਆਂ ਨੇ ਤਾਂ ਕੱਚੇ ਘਰ ਜਿਹੜੇ ਹੁੰਦੇ ਨੇ ਉਹ ਤਕਰੀਬਨ ਢਹਿ ਜਾਂਦੇ ਨੇ। ਕਈ ਵਾਰੀ ਛੱਤਾਂ ਗਿਰ ਜਾਂਦੀਆਂ ਨੇ ਜਾਂ ਕਈ ਵਾਰੀ ਦੀਵਾਰਾਂ ਗਿਰ ਜਾਂਦੀਆਂ ਨੇ। ਤਾਂ ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਉਹ ਕਪੂਰ ਸਿੰਘ ਦਾ ਘਰ ਹੈ ਉਹ ਵੀ ਢਹਿ ਗਿਆ ਸੀ ਅਤੇ ਉਸ ਦਾ ਇੱਕ ਵੀ ਖਣ ਜਿਹੜਾ ਸੀ ਉਹ ਸਾਬਤ ਨਹੀਂ ਬਸੇ। ਖਣ ਦਾ ਮਤਲਬ ਹੁੰਦਾ ਹੈ ਛੱਤ ਦੇ ਉੱਤੇ ਜੋ ਸ਼ਤੀਰ ਪਾਏ ਹੁੰਦੇ ਹਨ ਤਾਂ ਉਹਨਾਂ ਦੇ ਵਿਚਕਾਰਲੀ ਜਿਹੜੀ ਥਾਂ ਹੁੰਦੀ ਹੈ, ਜਿਵੇਂ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਬਾਲੇ ਵਾਲੀਆਂ ਛੱਤਾਂ ਪਾਈਆਂ ਜਾਂਦੀਆਂ ਸੀ। ਅਤੇ ਪੈਸੇ ਵਜੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰੋਂ ਅੰਦਰ ਆਪਣੀ ਕਬੀਲਦਾਰੀ ਤੋਰਦਾ ਸੀ। ਮਤਲਬ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਅਤੇ ਮਸਾਂ ਹੀ ਉਸਦੇ ਘਰ ਦਾ ਗੁਜ਼ਾਰਾ ਜਿਹੜਾ ਹੈ ਉਹ ਹੁੰਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ। ਉੱਥੇ ਵਜ਼ੀਰਾਂ ਦੀਆਂ ਸਿਫਾਰਸ਼ਾਂ ਚੱਲਦੀਆਂ ਸਨ ਅਤੇ ਹਾਰ ਕੇ ਉਹ ਉਸ ਨੂੰ 10 ਵਿੱਘੇ ਭੌਂ ਬਹਿ ਕਰਨੀ ਪਈ। ਮਤਲਬ
ਤੁਸੀਂ ਦੇਖੋ ਜਦੋਂ ਕਈ ਵਾਰੀ ਲੋਨ ਵਗੈਰਾ ਲੈਣਾ ਹੋਵੇ ਨਾ ਤਾਂ ਬੜੇ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ, ਅਤੇ ਇਹੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਹੈ ਉਹ ਕਪੂਰ ਸਿੰਘ ਨੂੰ ਵੀ ਕਰਨਾ ਪਿਆ। ਅਤੇ ਹਾਰ ਕੇ ਜਦੋਂ ਕੁਝ ਨਾ ਹੋਇਆ ਤਾਂ ਉਸਨੇ ਜਿਹੜੀ ਆਪਣੀ 10 ਵਿਗੇ ਜ਼ਮੀਨ ਸੀਗੀ, ਭੌਂ ਦਾ ਮਤਲਬ ਹੁੰਦਾ ਹੈ ਜ਼ਮੀਨ, ਅਤੇ ਉਹ ਉਸ ਨੂੰ ਵੇਚਣੀ ਪੈ ਗਈ। ਬੈ ਕਰਨੀ ਦਾ ਮਤਲਬ ਹੁੰਦਾ ਵੇਚਣੀ ਪਈ, ਅਤੇ ਉਹ ਵੇਚ ਕੇ ਉਸਨੇ ਆਪਣੇ ਘਰ ਨੂੰ ਬਣਾਉਣਾ ਸ਼ੁਰੂ ਕੀਤਾ। ਕਿੰਨਾ ਕੁ ਚਿਰ ਬੇਗਾਨੇ ਘਰਾਂ ਵਿੱਚ ਟੱਬਰ ਰੁਲਦਾ ਰਹੇ। ਇੱਟਾਂ ਸੁਟਾ ਲਈਆਂ, ਸੀਮੈਂਟ ਦਾ ਵੀ ਬੰਦੋਬਸਤ ਬਣ ਗਿਆ, ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲ੍ਹੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ। ਸਾਹਮਣੇ ਗਲੀ ਸੀ, ਕਿਸੇ ਦਾ ਰੌਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਦਰਬਾਰੇ ਦੇ ਘਰ ਦਾ ਵੀ ਕੁਝ ਹਿੱਸਾ ਡਿੱਗ ਪਿਆ ਸੀ। ਮਤਲਬ ਜਦੋਂ ਅਸੀਂ ਕਿਸੇ ਘਰ ਦੇ ਵਿੱਚ ਟੁੱਟਣ ਦੀ ਗੱਲ ਕਰੀਏ ਜਾਂ ਅਸੀਂ ਉਸਨੂੰ ਦੁਬਾਰਾ ਬਣਾਉਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਇੰਤਜ਼ਾਮ ਹੈ ਉਹ ਕਰਨਾ ਪੈਂਦਾ ਹੈ, ਅਤੇ ਇਹੀ ਜਿਹੜਾ ਇੰਤਜ਼ਾਮ ਹੈ ਉਹ ਕਪੂਰ ਸਿੰਘ ਵੀ ਕਰ ਰਿਹਾ ਸੀ। ਅੱਗੇ ਦੇਖਦੇ ਹਾਂ। ਉਹ ਆਪ ਤੰਗ ਸੀ ਅਤੇ ਉਹਨੂੰ ਆਪ ਕੰਧ ਦੀ ਲੋੜ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹਨੇ ਵੀ ਦੋ ਖਣ ਆਬਾਦੀ ਵਿੱਚ ਛੱਤਣੇ ਸਨ। ਇਸ ਲਈ ਉਹਨੇ ਸ਼ਤੀਰ ਧਰਨ ਵੇਲੇ ਅੱਧ ਦੇਣਾ ਮੰਨ ਲਿਆ। ਮਤਲਬ ਜਦੋਂ ਕਿਸੇ ਦੀ ਦੀਵਾਰ ਦੇ ਨਾਲ ਆਪਾਂ ਸਾਂਝੀ ਦੀਵਾਰ ਪਾਉਣੀ ਹੁੰਦੀ ਹੈ ਤਾਂ ਉੱਥੇ ਅਸੀਂ ਉਹਦੇ ਨਾਲ ਕੁਝ ਨਾ ਕੁਝ ਕੰਪਰੋਮਾਈਜ਼ ਜਿਹੜਾ ਹੈ ਉਸ ਬੰਦੇ ਨੂੰ ਕਰਨਾ ਹੀ ਪੈਂਦਾ ਹੈ। ਝਗੜਾ ਸੀ ਤਾਂ ਦਰਬਾਰੇ ਵਾਲੀ ਖੱਬੀ ਬਾਹੀ ਦਾ, ਮਤਲਬ ਹੁਣ ਜਿਹੜਾ ਉਸਦਾ ਚਾਚੇ ਦਾ ਪੁੱਤ ਸੀ ਦਰਬਾਰਾ, ਉਹ ਆਪਣੀ ਜਿਹੜੀ ਦੀਵਾਰ ਸੀ ਸਾਂਝੀ ਉਸ ਦੇ ਉੱਤੇ ਉਹ ਨਹੀਂ ਮੰਨ ਰਿਹਾ ਸੀ, ਅਤੇ ਇਹ ਝਗੜਾ ਥੋੜ੍ਹੇ ਕਿੱਤਿਆਂ ਮੁੱਕਦਾ ਨਹੀਂ ਸੀ ਕਿਤੇ। ਮਤਲਬ ਉਹ ਇਹ ਝਗੜਾ ਮੁਕਾਉਣ ਦੇ ਹੱਕ ਵਿੱਚ ਨਹੀਂ ਸੀ ਕਿ ਮਤਲਬ ਉਹ ਆਪਣੀ ਦੀਵਾਰ ਜਿਹੜੀ ਹੈ ਉਹ ਸਾਂਝੀ ਕਰਨ ਦੇ ਹੱਕ ਵਿੱਚ ਨਹੀਂ ਸੀ। ਇੱਕ ਦੋ ਵਾਰੀ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ, ਪਰ ਉਸਨੇ ਕੋਈ ਹੂੰ ਹਾਂ ਨਾ ਕੀਤੀ, ਸਗੋਂ ਰੁੱਖਾ ਜਵਾਬ ਦਿੰਦਿਆਂ ਕਿਹਾ, ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਦੇਖੀਆਂ ਜਾਣਗੀਆਂ। ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ ਜਿਹੜਾ ਘਰੋਂ ਬੇਕਾਰ ਹੋਇਆ ਬੈਠਾ ਸੀ। ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਵੇਲੇ ਦੀ ਕੱਚੀ ਅਤੇ ਥਾਂ ਤੋਂ ਗਈ ਹੋਈ ਸੀ। ਮਤਲਬ ਕੱਚੀ ਕੰਧ ਜਿਹੜੀ ਆ ਉਹ ਥਾਂ ਤੋਂ ਟੁੱਟੀ ਹੁੰਦੀ ਹੈ, ਅਤੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਕਦੀ ਵੀ ਗਿਰ ਸਕਦੀ ਹੈ। ਕੋਈ ਥਾਂ ਉੱਤੇ 4-4 ਉਂਗਲ ਦੀਆਂ ਪੱਗਾਂ ਖੁੱਲ੍ਹੀਆਂ ਹੋਈਆਂ ਸਨ, ਉਂਝ ਵੀ ਥੋਥੜ ਜਿਹੇ ਜਿਵੇਂ ਰੇਹੀ ਦੀ ਖਾਧੀ ਹੁੰਦੀ ਹੈ। ਮਤਲਬ ਥਾਂ ਤੋਂ ਉਹ ਜਿਹੜੀ ਕੰਧ ਸੀ ਉਹ ਟੁੱਟੀ ਹੋਈ ਸੀ। ਆਰ ਪਾਰ ਕਈ ਮੋਰੀਆਂ, ਪਿੱਛੋਂ ਕੋਠੜੀ ਦੇ ਸ਼ਤੀਰ ਦੱਬੇ ਹੋਏ ਸਨ ਅਤੇ ਛੱਤ ਝੁਕੀ ਹੋਈ ਸੀ। ਅਸਲ ਵਿੱਚ ਦਰਬਾਰੇ ਨੂੰ ਵੀ ਕੰਧ ਦੀ ਉਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ ਸੀ। ਮਤਲਬ ਲੋੜ ਤਾਂ ਦੋਹਾਂ ਨੂੰ ਸੀ, ਪਰ ਉਹਨਾਂ ਨੇ ਦਰਬਾਰੇ ਨੇ ਕਦੀ ਵੀ ਇਸ ਗੱਲ ਦੀ ਹਾਮੀ ਨਹੀਂ ਸੀ ਭਰੀ। ਨਵੀਂ ਕੰਧ ਮਾੜੀ ਵੀ ਕਿਸ ਨੂੰ ਰਹਿੰਦੀ, ਮਤਲਬ ਨਵੀਂ ਕੰਧ ਤਾਂ ਚੰਗੀ ਤਾਂ ਸਭ ਨੂੰ ਲੱਗਦੀ ਹੈ, ਪਰ ਉਹ ਝਗੜਾ ਪਾ ਕੇ ਬੈਠਾ ਸੀ। ਪਰ ਬਹਾਨੇ ਲਈ ਇੱਕ ਲੇਖੇ ਉਹਨੂੰ ਇਹ ਕੰਧ ਬਿਨਾਂ ਸਰਦਾ ਵੀ ਨਹੀਂ ਸੀ। ਉਹਦੇ ਕੋਲ 2 ਘਰ ਸਨ। ਇਸ ਪੁਰਾਣੇ ਕੋਠੇ ਵਿੱਚ ਤਾਂ ਉਹਦਾ ਕੱਖ ਕੰਡਾ ਅਤੇ ਡੰਗਰ ਵੱਛਾ ਹੁੰਦਾ ਸੀ। ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦਾ ਸੀ। ਮਤਲਬ ਦਰਬਾਰੇ ਕੋਲ 2 ਘਰ ਸੀ, ਜਿਸ ਕਰਕੇ ਉਸਦਾ ਸਰੀ ਜਾਂਦਾ ਸੀ। ਇੱਕ ਪਾਸੇ ਤਾਂ ਉਸਨੇ ਜੋ ਆਪਣੇ ਪਸ਼ੂ ਵਗੈਰਾ ਸੀ ਉਹ ਰੱਖੇ ਹੋਏ ਸਨ, ਅਤੇ ਉਹਨਾਂ ਦਾ ਹੀ ਜੋ ਸਮਾਨ ਸੀ, ਚਾਰਾ ਵਗੈਰਾ ਸੀ, ਉਹ ਰੱਖਿਆ ਹੁੰਦਾ ਸੀ। ਦੂਸਰੇ ਘਰ ਦੇ ਵਿੱਚ ਉਹ ਆਪ ਰਹਿੰਦਾ ਸੀ, ਜਿਸ ਦੀ ਹਾਲਤ ਬਹੁਤ ਹੀ ਚੰਗੀ ਸੀ, ਅਤੇ ਉਹ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸੀ ਸਰਦਾ। ਨਵੇਂ ਘਰ ਉੱਤੇ ਜਿਸਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ ਉਹ ਕੱਚੀ ਵੀ ਕਿਉਂ ਰੱਖੇ। ਮਤਲਬ ਜਦੋਂ ਆਪਾਂ ਠੀਕ ਹੈ, ਜਦੋਂ ਅਸੀਂ ਨਵੇਂ ਘਰ ਉਸਾਰਨਾ ਹੋਵੇ, ਨਵਾਂ ਪੈਸਾ ਲਾਉਣਾ ਹੋਵੇ ਤਾਂ ਅਸੀਂ ਦੁਬਾਰਾ ਹੀ ਉਹੀ ਦੀਵਾਰ ਜਿਹੜੀ ਹੈ ਜਾਂ ਘਰ ਜਿਹੜਾ ਹੈ ਉਹ ਅਸੀਂ ਕੱਚਾ ਨਹੀਂ ਬਣਾਉਂਦੇ। 3 ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ, ਅਤੇ ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜਖਣਾ ਵੀ ਕਿਵੇਂ ਪੁੱਟ ਲਵੇ। ਮਤਲਬ ਜਦੋਂ 4 ਦੀਵਾਰਾਂ ਹੁੰਦੀਆਂ ਨੇ ਘਰ ਦੀਆਂ ਤਾਂ ਉਹਨਾਂ ਵਿੱਚੋਂ 3 ਅਗਰ ਪੱਕੀਆਂ ਅਤੇ 1 ਕੱਚੀ ਨਹੀਂ ਰੱਖੀ ਜਾ ਸਕਦੀ। ਪੱਕੀਆਂ ਕੰਧਾਂ ਉੱਤੇ ਕਦੇ ਚੁਬਾਰੇ ਵੀ ਬਣ ਸਕਦੇ ਹਨ। ਮਤਲਬ ਪੱਕੀਆਂ ਕੰਧਾਂ ਜਿਹੜੀਆਂ ਨੇ ਉਹਨਾਂ ਉੱਤੇ ਤਾਂ ਚੁਬਾਰੇ ਬਣ ਸਕਦੇ ਨੇ, ਪਰ ਕੱਚੀਆਂ ਕੰਧਾਂ ਉੱਤੇ ਕਦੀ ਵੀ ਚੁਬਾਰੇ ਨਹੀਂ ਬਣਦੇ। ਕੱਚੀਆਂ ਅਤੇ ਪੋਦੀਆਂ ਕੰਧਾਂ ਦੇ ਅੱਗੇ ਥੋੜ੍ਹੇ ਹੱਥ ਲੱਗੇ ਸਨ। ਮਤਲਬ ਜਿਹੜੀਆਂ ਕੱਚੀਆਂ ਕੰਧਾਂ ਹੁੰਦੀਆਂ ਨੇ ਉਹ ਬਿਲਕੁਲ ਖੋਖਲੀਆਂ ਹੁੰਦੀਆਂ ਨੇ। ਤਾਂ ਇਹ ਕਹਾਣੀ ਇੰਨੀ ਕੁ ਅਸੀਂ ਅੱਜ ਕਰਾਂਗੇ। ਇਸ ਦਾ ਇੱਕ ਭਾਗ, ਅਗਲਾ ਭਾਗ ਇਸ ਦਾ ਅਸੀਂ ਅਗਲੀ ਵੀਡੀਓ 'ਚ ਕਰਾਂਗੇ। ਧੰਨਵਾਦ।